सारे विद्यार्थियों को मेरे वालों जानी कि राजविंदर सिंह वालों सत श्री अकाल। ਅੱਜ ਦੀ ਇਸ ਵੀਡੀਓ ਵਿੱਚ ਅਸੀਂ 10ਵੀਂ ਦਾ ਸੈਕੰਡ ਚੈਪਟਰ ਜਿਹੜਾ ਪੋਲੀਨੋਮੀਅਲ ਹੈ ਬਹੁਪਦ ਉਹਦੀ ਅਸੀਂ ਵਰਕਸ਼ੀਟ ਕਰਾਂਗੇ। ਜਿਵੇਂ ਅਸੀਂ ਫਸਟ ਚੈਪਟਰ ਦੀ ਵਰਕਸ਼ੀਟ ਕੀਤੀ ਸੀ ਫਸਟ ਚੈਪਟਰ ਤੋਂ ਬਾਅਦ, तो ਇਸੇ ਤਰ੍ਹਾਂ ਸੈਕੰਡ ਚੈਪਟਰ ਦੇ ਵਿੱਚ ਸਾਡੇ ਸਾਰੇ ਕਨਸੈਪਟ ਲਗਭਗ ਜਿਹੜੇ ਉਹ ਅਸੀਂ ਅਟੈਂਪਟ ਕਰ ਲੈਣੇ ਪਹਿਲੀਆਂ ਵੀਡੀਓਜ਼ ਦੇ ਵਿੱਚ। ਤੇ ਹੁਣ ਅਸੀਂ ਇਸ ਵੀਡੀਓ ਦੇ ਵਿੱਚ ਪੂਰੇ ਚੈਪਟਰ ਦੀ ਵਰਕਸ਼ੀਟ ਕਰਾਂਗੇ। ਟੋਟਲ 15 ਕੁਐਸਚਨਸ ਜਿਹੜੇ ਸਾਡੇ ਕੋਲ ਇਹਦੇ 'ਚ ਹੈਗੇ ਆ, 15 ਕੁਐਸਚਨ ਨੇ। ਸਟੇਟਮੈਂਟਸ ਜਿਹੜੀਆਂ ਉਹ ਸਕਰੀਨ 'ਤੇ ਅਪੀਅਰ ਹੋਣਗੀਆਂ ਤੁਹਾਨੂੰ ਪੰਜਾਬੀ ਅਤੇ ਇੰਗਲਿਸ਼ ਦੋਨਾਂ ਦੇ ਵਿੱਚ, ਠੀਕ ਹੈ। ਅਤੇ ਮੈਂ ਕੋਸ਼ਿਸ਼ ਕਰਾਂਗਾ ਇੰਗਲਿਸ਼ ਦੇ ਵਿੱਚ ਵੀ ਨਾਲ ਜਿਹੜੀ ਹਰ ਚੀਜ਼ ਨੂੰ ਡਿਕਟੇਟ ਕਰਨ ਦਾ। ਸੋ ਅਗਰ ਤੁਸੀਂ ਸੈਕੰਡ ਚੈਪਟਰ ਦੀਆਂ ਸਾਰੀਆਂ ਵੀਡੀਓਜ਼ ਦੇਖ ਲਈਆਂ ਨੇ ਫਿਰ ਆਪਾਂ ਇਹ ਵਰਕਸ਼ੀਟ ਜਿਹੜੀ ਹੈ ਤੁਸੀਂ ਉਹ ਵੀਡੀਓ ਜ਼ਰੂਰ ਦੇਖੋ, ਠੀਕ ਹੈ। ਅਗਰ ਪਹਿਲਾਂ ਉਹ ਵੀਡੀਓਜ਼ ਨਹੀਂ ਦੇਖੀਆਂ ਤਾਂ ਇਸ ਤੋਂ ਪਹਿਲਾਂ ਉਹ ਵੀਡੀਓਜ਼ ਜ਼ਰੂਰ ਕਰੋ, ਵੀਡੀਓਜ਼ ਕਰ ਲਓ, ਉਸ ਤੋਂ ਬਾਅਦ ਇਹ ਵਰਕਸ਼ੀਟ ਕਰ ਲਓ। ਤਾਂ ਕੋਈ ਕਾਰਨ ਨਹੀਂ ਹੈ, ਅਗਰ ਤੁਸੀਂ ਪ੍ਰੋਪਰ ਢੰਗ ਦੇ ਨਾਲ ਕਰ ਲੈਂਦੇ ਹੋ ਤਾਂ ਕੋਈ ਰੀਜ਼ਨ ਨਹੀਂ ਹੈ ਕਿ ਪੇਪਰ ਦੇ ਵਿੱਚ ਕੋਈ ਕੁਐਸਚਨ ਟੈਸਟ ਦੇ ਵਿੱਚ ਆਏ ਇਸ ਚੈਪਟਰ ਦੇ ਵਿੱਚੋਂ ਔਰ ਉਹ ਤੁਹਾਨੂੰ ਨਾ ਆਉਂਦਾ ਹੋਏ, ਠੀਕ ਹੈ। ਤਾਂ ਬਹੁਤ ਵਧੀਆ ਢੰਗ ਦੇ ਨਾਲ ਇਹ ਸਾਡਾ ਚੈਪਟਰ ਜਿਹੜਾ ਉਹ ਤਿਆਰ ਹੋ ਜਾਏਗਾ, ਠੀਕ ਹੈ। ਤਾਂ ਦੇਖਦੇ ਹਾਂ। ਸਭ ਤੋਂ ਪਹਿਲਾਂ ਕੁਐਸਚਨ ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਰੇਖੀ ਬਹੁਪਦ ਦੀ ਇੱਕ ਉਦਾਹਰਨ ਦਿਓ, ਠੀਕ ਹੈ। ਗਿਵ ਐਨ ਐਗਜ਼ਾਮਪਲ ਆਫ ਅ ਲੀਨੀਅਰ ਪੋਲੀਨੋਮੀਅਲ। ਹਾਂਜੀ ਸਟੂਡੈਂਟਸ, ਰੇਖੀ ਬਹੁਪਦ ਦੀ ਆਪਾਂ ਇਹਦੇ 'ਚ ਉਦਾਹਰਨ ਦੇਣੀ ਹੈ ਤਾਂ ਬਹੁਤ ਸਾਰੀਆਂ ਐਗਜ਼ਾਮਪਲ ਜਿਹੜੀਆਂ ਰੇਖੀ ਬਹੁਪਦ ਦੀਆਂ ਲਈਆਂ ਜਾ ਸਕਦੀਆਂ ਨੇ। ਉਹਦੇ 'ਚ ਸਿੰਪਲੀ ਆਪਾਂ ਕਿਸ ਚੀਜ਼ ਦਾ ਧਿਆਨ ਰੱਖਣਾ ਕਿ ਉਹਦੇ 'ਚ ਚੱਲ ਅਸੀਂ ਜਿਹੜਾ ਕੋਈ ਨਾ ਕੋਈ ਇੱਕ ਯੂਜ਼ ਕਰਨਾ, ਚਾਹੇ ਐਕਸ ਕਰ ਲਓ, ਚਾਹੇ ਵਾਈ ਕਰ ਲਓ, ਚਾਹੇ ਜ਼ੈਡ ਕਰ ਲਓ, ਠੀਕ ਹੈ। ਔਰ ਉਸ ਚੱਲ ਦੀ ਜਿਹੜੀ ਮੈਕਸੀਮਮ ਪਾਵਰ ਹੈ ਉਹ ਸਿਰਫ ਇੱਕ ਹੀ ਹੋਣੀ ਚਾਹੀਦੀ ਹੈ, ਇੱਕ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ, ਠੀਕ ਹੈ। ਫੋਰ ਐਗਜ਼ਾਮਪਲ ਇੱਥੇ ਮੈਂ 2-3 ਐਗਜ਼ਾਮਪਲਸ ਜਿਹੜੀਆਂ ਇਹਦੀਆਂ ਲੈ ਲਾਂਗਾ। ਜਿੱਦਾਂ 3x + 7 ਹੈ, ਇਹ ਸਾਡੇ ਕੋਲ ਰੇਖੀ ਬਹੁਪਦ ਦੀ ਇੱਕ ਉਦਾਹਰਨ ਹੈ, ਠੀਕ ਹੈ ਨਾ। ਰੇਖੀ ਮਤਲਬ x ਦੀ ਜਿਹੜੀ ਚੱਲ ਹੈ ਉਹਦੀ ਘਾਤ ਸਾਡੇ ਕੋਲ ਇਹਦੇ 'ਚ ਸਿਰਫ ਇੱਕ ਹੀ ਹੈ। ਇਸ ਤੋਂ ਇਲਾਵਾ ਹੋਰ ਅਗਰ ਲੈਣੀ ਹੈ 5t ਲੈ ਲਓ, 5t ਵੀ ਲਿਆ ਜਾ ਸਕਦਾ ਹੈ, ਠੀਕ ਹੈ। ਇੱਕ ਹੋਰ ਐਗਜ਼ਾਮਪਲ ਅਗਰ ਲੈਣੀ ਹੈ ਤੁਸੀਂ -2/3y -1, ਠੀਕ ਹੈ। ਤੋ ਇਹੋ ਜਿਹੀਆਂ ਬਹੁਤ ਸਾਰੀਆਂ ਐਗਜ਼ਾਮਪਲਸ ਜਿਹੜੀਆਂ ਇਹਦੀਆਂ ਅਸੀਂ ਦੇ ਸਕਦੇ ਹਾਂ, ਠੀਕ ਹੈ। ਇਹਨਾਂ ਦੇ ਵਿੱਚੋਂ ਕੋਈ ਵੀ ਇੱਕ ਆਪਾਂ ਇਸ ਸਵਾਲ ਦੇ ਆਨਸਰ ਦੇ ਰੂਪ ਦੇ ਵਿੱਚ ਲਿਖ ਸਕਦੇ ਹਾਂ, ਠੀਕ ਹੈ। ਤੋ ਸੈਕਿੰਡ ਕੁਐਸਚਨ ਤੁਸੀਂ ਦੇਖ ਸਕਦੇ ਹੋਗੇ, ਇੱਕ 3 ਘਾਤੀ ਬਹੁਪਦ ਦੀਆਂ ਵੱਧ ਤੋਂ ਵੱਧ ਕਿੰਨੀਆਂ ਸਿਫਰਾਂ ਹੋ ਸਕਦੀਆਂ ਹਨ। ਹਾਊ ਮੈਨੀ ਜ਼ੀਰੋਜ਼ ਆਰ ਆਫ ਅ ਕਿਊਬਿਕ ਪੋਲੀਨੋਮੀਅਲ, ਠੀਕ ਹੈ। ਮਤਲਬ ਕਿਸੇ ਵੀ ਕਿਊਬਿਕ ਪੋਲੀਨੋਮੀਅਲ ਦੀਆਂ ਕਿੰਨੀਆਂ ਮੈਕਸੀਮਮ ਜ਼ੀਰੋਜ਼ ਹੋ ਸਕਦੀਆਂ, ਕਿੰਨੀਆਂ ਸਿਫਰਾਂ ਹੋ ਸਕਦੀਆਂ। ਇਹ ਕੁਐਸਚਨ ਇਹ ਆਪਾਂ ਵੀਡੀਓਜ਼ ਦੇ ਵਿੱਚ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਠੀਕ ਹੈ। ਸਾਨੂੰ ਪਤਾ ਹੈ ਕਿ ਜਿੰਨੀ ਹੀ ਸਾਡੇ ਕੋਲ ਜਿਹੜੀ ਬਹੁਪਦ ਦੀ ਘਾਤ ਹੁੰਦੀ ਹੈ ਉਨੀਆਂ ਹੀ ਮੈਕਸੀਮਮ ਉਸ ਦੀਆਂ ਸਿਫਰਾਂ ਹੋ ਸਕਦੀਆਂ ਨੇ, ਠੀਕ ਹੈ। ਤਾਂ ਅਗਰ 3 ਘਾਤੀ ਬਹੁਪਦ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਇਹਦੀਆਂ ਵੱਧ ਤੋਂ ਵੱਧ ਸਿਫਰਾਂ ਜਿਹੜੀਆਂ ਉਹ 3 ਹੋ ਸਕਦੀਆਂ ਨੇ, ਠੀਕ ਹੈ। ਮੈਕਸੀਮਮ ਨੰਬਰ ਆਫ ਜ਼ੀਰੋਜ਼ ਵਿਲ ਬੀ 3, ਓਕੇ। ਇਸ ਤੋਂ ਬਾਅਦ ਥਰਡ ਕੁਐਸਚਨ ਹੈ ਸਾਡੇ ਕੋਲ, ਜੇਕਰ ਅਲਫਾ ਅਤੇ ਬੀਟਾ 2 ਘਾਤੀ ਬਹੁਪਦ ax² + bx + c ਦੀਆਂ 2 ਸਿਫਰਾਂ ਹੋਣ ਤਾਂ ਸਿਫਰਾਂ ਦਾ ਜੋੜ ਅਲਫਾ + ਬੀਟਾ ਕੀ ਹੋਏਗਾ। A B ਫਾਰਮੂਲੇ ਜਿਹੜੇ ਆਪਾਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, ਬਹੁਤ ਈਜ਼ੀ ਨੇ, ਠੀਕ ਹੈ। ਤਾਂ ਇਹਦੇ 'ਚੋਂ ਕੀ ਹੁੰਦਾ ਵੀ ਫਾਰਮੂਲਾ, ਯੈਸ -b/a। ਅਲਫਾ + ਬੀਟਾ ਸਿਫਰਾਂ ਦਾ ਜੋੜ ਹੈ, ਜਿਹੜਾ ਸਮ ਆਫ ਜ਼ੀਰੋਜ਼ ਹੈ ਉਹ ਸਾਡੇ ਕੋਲ -b/a ਹੁੰਦਾ ਹੈ। ਔਰ ਪ੍ਰੋਡਕਟ ਆਫ ਜ਼ੀਰੋਜ਼ ਮੀਨਸ ਸਿਫਰਾਂ ਦੀ ਗੁਣਾ c/a, ਠੀਕ ਹੈ। ਤੋ ਨੈਕਸਟ ਸਾਡੇ ਕੋਲ ਜਿਹੜਾ ਫੋਰਥ ਕੁਐਸਚਨ ਹੈ, ਜੇਕਰ px ਨੂੰ gx ਨਾਲ ਭਾਗ ਕੀਤਾ ਜਾਵੇ ਤਾਂ ਭਾਗਫਲ qx ਅਤੇ rx ਬਾਕੀ ਹੋਵੇ ਤਾਂ ਇਸ ਦਾ ਵੰਡ ਐਲਗੋਰਿਦਮ ਲਿਖੋ। When px is divided by gx then we obtain qx as quotient and rx as remainder. Write division algorithm of it, ਠੀਕ ਹੈ। ਤਾਂ ਇਹ ਬਹੁਤ ਈਜ਼ੀ ਹੈ। ਇਹ ਆਪਾਂ ਲਾਸਟ ਵੀਡੀਓ ਦੇ ਵਿੱਚ ਹੀ ਡਿਸਕਸ ਕੀਤੀਆਂ ਸੀ ਸਾਰੀਆਂ ਚੀਜ਼ਾਂ। ਇਹਦੇ ਵਿੱਚ ਵੀ ਦੇਖੋ, ਅਗਰ px ਨੂੰ ਆਪਾਂ gx ਦੇ ਨਾਲ ਡਿਵਾਈਡ ਕਰ ਰਹੇ ਹਾਂ ਔਰ qx ਤੇ rx ਸਾਡੇ ਕੋਲ ਕੁਓਸ਼ੀਐਂਟ ਤੇ ਰਿਮਾਈਂਡਰ ਆ ਰਿਹਾ, ਤਾਂ ਇਹ ਕੀ ਹੋਏਗਾ ਸਾਡੇ ਕੋਲ px = gx into qx plus rx, ਠੀਕ ਹੈ। ਜਾਂ ਇਹਨੂੰ ਆਪਾਂ ਹੋਰ ਕੀ ਲਿਖ ਸਕਦੇ ਹਾਂ, ਔਰ px/gx ਕਿ ਅਸੀਂ px ਨੂੰ gx ਨਾਲ ਭਾਗ ਕੀਤਾ ਪਲੱਸ ਸਾਡੇ ਕੋਲ qx ਕੁਓਸ਼ੀਐਂਟ ਆ ਗਿਆ ਔਰ ਨਾਲ ਕੀ ਆਏਗਾ ਕੁਓਸ਼ੀਐਂਟ प्लस रिमाइंडर अपॉन डिवाइजर, ठीक है। तो ये लिखना है ਆਪਾਂ, ਇਹ ਵੀ ਲਿਖ ਸਕਦੇ ਹਾਂ, ਦੋਨੋਂ ਸੇਮ ਹੀ ਚੀਜ਼ ਨੇ, ਠੀਕ। ਸਟੈਂਡਰਡ ਫਾਰਮ ਦੇ ਵਿੱਚ ਆਪਾਂ ਇਹੀ ਚੀਜ਼ ਯੂਜ਼ ਕਰਦੇ ਹਾਂ, ਠੀਕ ਹੈ। ਤਾਂ ਇਹ ਸਾਡੇ ਕੋਲ ਫੋਰਥ ਕੁਐਸਚਨ ਦਾ ਆਨਸਰ ਹੋ ਗਿਆ। ਇਸ ਤੋਂ ਬਾਅਦ ਹੈ ਸਾਡੇ ਕੋਲ ਫਿਫਥ ਕੁਐਸਚਨ, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। ਦਿੱਤੇ ਆਲੇਖ ਵਿੱਚ px ਦੀਆਂ ਕਿੰਨੀਆਂ ਸਿਫਰਾਂ ਹਨ। ਇਨ ਦਾ ਗਿਵਨ ਫਿਗਰ in the given graph how many zeros are in px, ठीक है।
तो ग्राफ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਗ੍ਰਾਫ ਜਿਹੜਾ ਹੈ x ਤੋਂ ਰਾ y ਤੋਂ ਰਾ x ਐਕਸਿਸ ਔਰ y ਐਕਸਿਸ ਤੋਂ ਇਲਾਵਾ ਜਿਹੜੀ ਸਾਡੇ ਕੋਲ ਲਾਈਨ ਬਣ ਰਹੀ ਹੈ ਗ੍ਰਾਫ ਦੇ ਵਿੱਚ ਉਹ x ਤੋਂ ਰੇ ਨੂੰ ਸਿਰਫ ਤੇ ਸਿਰਫ ਇੱਕ ਬਿੰਦੂ ਤੇ ਕੱਟ ਕਰਦੀ ਪਈ ਹੈ। तो ਜਿੰਨੀਆਂ ਗ੍ਰਾਫ ਜਿੰਨੀ ਵਾਰ x ਤੋਂ ਰੇ ਨੂੰ ਕੱਟ ਕਰੇਗਾ ਉਨੀਆਂ ਹੀ ਉਸ px ਦੀਆਂ ਉਸ ਬਹੁਪਦ ਦੀਆਂ ਪੋਲੀਨੋਮੀਅਲ ਦੀਆਂ ਸਿਫਰਾਂ ਹੁੰਦੀਆਂ ਨੇ। ਠੀਕ ਹੈ, तो ਇਹਦੇ 'ਚ ਸਿਰਫ ਅਗਰ ਗ੍ਰਾਫ ਇੱਕ ਵਾਰੀ ਕੱਟ ਕਰ ਰਿਹਾ ਹੈ तो ਸਿੰਪਲੀ ਆਪਾਂ ਲਿਖ ਸਕਦੇ ਹਾਂ ਇਹਦੇ 'ਚ ਕਿੰਨੀਆਂ ਸਿਫਰਾਂ ਹੋਣਗੀਆਂ ਸਾਡੇ ਕੋਲ ਸਿਰਫ ਇੱਕ। ठीक, सिर्फ एक, ओनली वन। ठीक है, ये साडे कोल 6 क्वेश्चन का जरा आंसर है ਇਹਦੇ ਵਿੱਚ। ठीक है जी, तो नैक्सट साडे कोल है 6 क्वेश्चन, ਤੁਸੀਂ ਸਕਰੀਨ ਤੇ ਦੇਖ ਸਕਦੇ ਹੋ। बहुपद px ਦੇ ਆਲੇਖ ਤੋਂ px ਦੀਆਂ ਸਿਫਰਾਂ ਦੀ ਗਿਣਤੀ ਪਤਾ ਕਰੋ। ਦਾ ਗ੍ਰਾਫ ਆਫ ਪੋਲੀਨੋਮੀਅਲ px ਇਜ਼ ਗਿਵਨ। ਗ੍ਰਾਫ ਸਾਨੂੰ ਦੋ ਇਹਦੇ ਚ ਦਿੱਤੇ ਹੋਏ ਨੇ। ਫਾਈਂਡ ਦਾ ਨੰਬਰ ਆਫ ਜ਼ੀਰੋਜ਼ ਆਫ px। ठीक है, ਇਹਦੇ 'ਚ ਇਹ ਗ੍ਰਾਫ ਅਸੀਂ ਪਹਿਲਾਂ ਜਦੋਂ ਕੁਐਸਚਨਸ ਕੀਤੇ ਸੀ ਉਹਦੇ ਵਿੱਚ ਵੀ ਆਪਾਂ ਕਰ ਚੁੱਕੇ ਹਾਂ। ਸੈਕੰਡ ਚੈਪਟਰ ਦੀ ਫਰਸਟ ਵੀਡੀਓ ਦੇ ਵਿੱਚ ਹੀ ਆਪਾਂ ਇਹ ਚੀਜ਼ਾਂ ਡਿਸਕਸ ਕੀਤੀਆਂ ਸੀਗੀਆਂ। ਦੇਖੋ ਜਿਹੜਾ ਫਰਸਟ ਗ੍ਰਾਫ ਹੈ ਉਹਦੇ 'ਚ ਉੱਪਰ ਸਟ੍ਰੇਟ ਲਾਈਨ ਬਣਦੀ ਪਈ ਔਰ ਉਹ ਸਟ੍ਰੇਟ ਲਾਈਨ ਜਿਹੜੀ ਹੈ x ਤੋਂ ਰੇ ਨੂੰ ਕਿਤੇ ਵੀ ਕੱਟ ਨਹੀਂ ਕਰਦੀ ਪਈ। ਇਸ ਲਈ ਪਹਿਲੇ ਕੇਸ ਦੇ ਵਿੱਚ ਅਗਰ ਇਹਨੂੰ ਮੈਂ a ਪਾਰਟ ਮੰਨ ਲਾਂ, ਇਹਦੇ ਵਿੱਚ ਜਿਹੜੀ ਸਿਫਰਾਂ ਦੀ ਗਿਣਤੀ ਆ ਉਹ ਸਾਡੇ ਕੋਲ ਕੀ ਰਹੇਗੀ? ਸਿਫਰ ਹੀ ਰਹੇਗੀ। ठीक है, या आप इत्थे लिख देंगे ब्रैकेट कि सिफरां दी गिनती की है कोई नहीं। ठीक, उस बाद बी जिहड़ा ग्राफ है साडे कोल उहदे च तुसीं देख सकते हो कि जिहड़ा साडे कोल पैराबोला है जिहड़ा ग्राफ बनाया है वो सिर्फ एक्स एक्सिस नूं टच करदा पिया, उहनूं कट नहीं करदा पिया। एक्स तो इहनूं की करदा पिया, इत्थे स्पर्श करदा पिया। ठीक है, तो ये सिर्फ एक बिंदु आपां इहनूं काउंट करना है। ठीक है, तो इस px दे किन्ने सिफर होणगे? सिर्फ एक। ठीक है, ओनली वन। ਜਿਹੜਾ ਪੰਜਵਾਂ ਕੇਸ ਸੀ ਸਾਡੇ ਕੋਲ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ ਗ੍ਰਾਫ ਸੀ ਉਹ x ਤੋਂ ਰੇ ਨੂੰ ਕੱਟ ਕਰਦਾ ਪਿਆ ਸੀ। ਐਵੇਂ ਕੱਟ ਕਰਕੇ ਜਾ ਰਿਹਾ ਸੀ ਨਾ, ਐਵੇਂ ਕੱਟ ਕਰਕੇ ਜਾ ਰਿਹਾ ਸੀ। ਠੀਕ, ਔਰ ਦੂਸਰਾ ਜਿਹੜਾ ਸਾਡੇ ਕੋਲ ਇਹ ਕੇਸ ਹੈ ਇਹਦੇ ਵਿੱਚ ਜਿਹੜਾ ਗ੍ਰਾਫ ਹੈ ਉਹ x ਤੋਂ ਰੇ ਨੂੰ ਟੱਚ ਕਰ ਰਿਹਾ ਇੱਕ ਬਿੰਦੂ ਤੇ। ਦੋਨੋਂ ਕੇਸਿਸ ਦੇ ਵਿੱਚ ਸਾਡੇ ਕੋਲ ਸਿਰਫ ਇੱਕ ਜਿਹੜਾ ਸਿਫਰ ਹੀ ਇਹਦਾ ਬਣੇਗਾ। ਠੀਕ, ਸੱਤਵਾਂ ਕੁਐਸਚਨ ਸਾਡੇ ਕੋਲ ਹੈ ਕਿ ਇੱਕ ਦੋ ਘਾਤੀ ਬਹੁਪਦ ਪਤਾ ਕਰੋ ਜਿਸ ਦੇ ਸਿਫਰਾਂ ਦਾ ਜੋੜ -7 ਅਤੇ ਗੁਣਨਫਲ 10 ਹੈ। Form a quadratic polynomial the sum and product of whose zeros are -7 and 10। ठीक है, तो ਇਹਦੇ 'ਚ ਆਪਾਂ ਲਿਖ ਲਾਂਗੇ ਸਭ ਤੋਂ ਪਹਿਲਾਂ ਮੰਨ ਲਓ ਲੋੜੀਂਦਾ ਬਹੁਪਦ ax² + bx + c ਹੈ। ਠੀਕ ਹੈ, ਉਸ ਤੋਂ ਬਾਅਦ ਸਿਫਰਾਂ ਦਾ ਜੋੜ ਸਾਨੂੰ ਕੁਐਸਚਨ ਦੇ ਵਿੱਚ ਜਿਹੜਾ ਦਿੱਤਾ ਹੋਇਆ ਹੈ ਹਾਂਜੀ ਜੋੜ ਹੈ ਸਾਡੇ ਕੋਲ -7 और सिफरां दा गुणनफल ये साडे कोल है 10 के बराबर। फॉर्मूले तो पता है सानू, असीं पहलां हुणे लिख के भी आए हैं कि जिहड़ा सिफरां दा जोड़ है साडे कोल -b/a दे बराबर हुंदा है और जिहड़ा सिफरां दा गुणनफल है साडे कोल c/a दे बराबर हुंदा है। ठीक है, तो इहदे विच -7 है जोड़फल, तो इहनूं मैं -7/1 भी लिख सकदा, इहनूं 10/1 असीं लिख सकते हैं। तो अगर असी कंपेयर करते हैं तो ए दी हर दोनों जगह सेम है, तो ए दी जिहड़ी कीमत है वो साडे कोल की बन जाती है? 1 बन जाती है। और b -b जिहड़ा -7 के इक्वल बनेगा तो b साडे कोल की बन जाएगा? 7 के इक्वल। और इसी तरह जिहड़ा c है वो साडे कोल बन जाएगा 10 के इक्वल। ठीक है, तो a b c दी वैल्यू साडे कोल आ गई, सारियां वैल्यूज आपां इहदे विच लिख दांगे तो साडे कोल जिहड़ा लोड़ींदा बहुपद जो सानू पता करने वास्ते गया सी वो आपां लिख पावांगे। ठीक है, तो इस तरह ਇਹਦੀ ਜਗ੍ਹਾ ਤੇ 1 ਆਏਗਾ, ਇਕੱਲੇ x² ਆਏਗਾ, x² प्लस b ਸਾਡੇ ਕੋਲ ਆਏਗਾ 7, 7x प्लस c आएगा 10 ਲੋੜੀਂਦਾ ਬਹੁਪਦ है। ठीक है जी, x² प्लस 7x प्लस 10 इज द रिक्वायर्ड पॉलीनोमियल। ठीक, इस तो बाद क्वेश्चन नंबर 8 तुसीं देख सकते हो कि की x = 1/2 x साडे कोल 1/2 है, बहुपद 2x² -6x + 3। ठीक है, x बराबर 1/2 बहुपद 2x की घात 2 -6x = 3 का एक सिफर है। ठीक है, ये है या नहीं असी चेक करना कि x बराबर 1/2 इसका सिफर है या नहीं। डिटरमिन वैदर द x = 1/2 is a zero of polynomial 2x² - 6x + 3।
तो ये वास्ते बहुत ही आसान है। आप की करना है, जी एक्स की वैल्यू है ये बहुपद दे विच एक्स नूं रिप्लेस कर देना 1/2 दे नाल। मतलब जिथे जिथे साडे कोल एक्स है वो एक्स नूं हटा के असीं उहदी जगह ते 1/2 लिख दांगे। तो अगर सिंपलीफाई करन तो बाद साडे कोल आंसर जिहड़ा वो 0 बन जाता है, 0 बन जाता है। फिर आप बोलांगे कि यस एक्स इक्वल्स टू 1/2 इज 0 ऑफ दिस पॉलीनोमीअल, भाव कि एक्स बराबर 1/2 इस बहुपद दा 0 है। जे साडे कोल 1/2 फिल करन ते 0 ना बनया, फिर एक्स बराबर 1/2 इस बहुपद दा 0 नहीं होएगा। ठीक है, तो आप चेक कर लेने हुणे। इहदा नाम असीं रख लेने px 2x² माइनस 6x + 3। ठीक है, तो x बराबर 0, x बराबर 1/2 भरन ते तो जिथे जिथे x है उत्थे 1/2 असीं भर दांगे। साडे कोल हैगा 2 1/2 दा वर्ग है, इत्थे x दा वर्ग सी, हुण 1/2 दा वर्ग हो जाएगा -6 1/2 + 3। ठीक, तो 2 हाँ जी 1/2 2 दूनी 4 हो जाएगा, तो ये मेरे को 1/4 बनेगा। और -6 गुणा 1/2 ये दोनों कट्टे जाएंगे तो 3 आ जाएगा। ठीक, तो 3 + 3 साढ़े कोल हो गया। और ये भी इवें आप कट सकते हैं, ये 2/4 बनेगा, तो कटांगे तो साढ़े कोल 1/2 बाकी बचेगा। ठीक, और ये -3 ते 3 जो दोनों आपस के कट्टे जाएंगे, तो p 1/2 की जी कीमत है मेरे को वो की बन जाती है 1/2, जी कि 0 नहीं है। ठीक है, तो p 1/2 की कीमत अपने को बन जाती 1/2 जी कि 0 नहीं है, 0 नहीं है। अगर 0 नहीं है इसका मतलब x बराबर 1/2 इस बहुपद दा 0 नहीं है। x इक्वल टू 1/2 इज नॉट द 0 ऑफ दिस पॉलीनोमियल। ठीक है, इसलिए x बराबर 1/2 बहुपद 2x² माइनस x + 3 दी या 3 दा 0 नहीं है। ठीक है जी, तो किसी केस दे विच हो सकता है इवें पूछा जाए तो उत्थे साडे कोले 0 बन जाए x की वैल्यू फिल करन तो बाद, जां x की जगह कोई भी चल हो सकता है। ठीक है, अगर 0 बन जाए फिर ये 0 होएगा, अदरवाइज नहीं होएगा। इस तो बाद 9वां क्वेश्चन साडे कोल है कि जेकर एक 2 घाती बहुपद 3x दा वर्ग जमा kx - 2 ਦੀ 1 0 - 2 ਹੋਵੇ ਤਾਂ k ਦਾ ਮੁੱਲ ਪਤਾ ਕਰੋ। ਇਫ 1 0 ਆਫ ਕੁਆਡ੍ਰੇਟਿਕ ਪੋਲੀਨੋਮੀਅਲ 3x² + kx - 2 is -2 then find value of k। ठीक है, क्वेश्चन च सानू ये दिता हुआ है कि -2 जड़ा है वो बहुपद 3x² + kx - 2 का 0 है। तो ये हम जिमें आप लास्ट क्वेश्चन करके आए हैं उही कॉन्सैप्ट साडे कोल ये आप यूज़ करना है। अगर ए वाली संख्या एदा 0 है तो x की वैल्यू -2 फिल करन ते ये की बनना चाहिए, साडे कोल 0 बनना चाहिए। ठीक है, तो इनू असीं पहला मान लवांगे px इक्वल्स टू 3x² + kx - 2। तो अगर असीं x की वैल्यू -2 फिल करते हैं तो p -2 साडे कोल की होएगा 0 होएगा। ठीक है, तो अगर ये 0 होएगा हुण चेक कर लेना, इत्थे -2 फिल करो सारा, x की जगह ते -2 फिल कर दो, तो ये साडे कोल 3 x की जगह ते -2 आएगा -2² + k नाल फिर x की जगह ते -2 आएगा -2 = 0। ये साडे कोल जिहड़ी कीमत आपां px की ये वाली कीमत सी, तो p -2 की साडे कोल ये वाली जिहड़ी वैल्यू एक्सप्रैशन पूरा बन जाएगा साडे कोल। ठीक, तो ये हुण आपां इहनूं सिंपलीफाई करांगे। ये 3 है, देखो नैगेटिव नंबर का स्क्वायर होएगा, वर्ग होएगा तो पॉजिटिव हो जाएगा। ठीक है, और 2 दूनी साडे कोल की हो जाएंगे 4, और k गुणा -2 ये -2k हो जाएगा, और ये -2 बराबर 0। ठीक है, तो 4 थी है 12, 12 - 2k -2 बराबर 0, और 12 ते 2 ये दोनों लाइक टर्म्स ने, साडे कोल 12 चों 2 माइनस करांगे साडे कोल 10 आ जाएगा, 10 - 2k = 0। ठीक है, तो हुण असीं 2k नूं जिहड़ा या 10 नूं दूसरी साइड शिफ्ट कर लो, ये साडे कोल -2k इधर बचेगा, और 10 जिहड़ा दूसरी साइड है 0 चों माइनस होएगा, 0 नूं आपां ना भी लिखांगे तां भी चल जाएगा। ठीक है, तो -2k = -10 हो गया, माइनस ते माइनस दोनों कटे जाएंगे, तो k की जो वैल्यू है वो मेरे को 10/2 आ जाएगी, 10/2। तो k बराबर 5 जिहड़ा है वो साडे कोल इस क्वेश्चन का सही आंसर है। ठीक है बच्चों, इस तो बाद 10वां सवाल तुसीं देख सकते हो, बहुपद x² - 6x + 5
ਦੀਆਂ ਸਿਫਰਾਂ ਦਾ ਜੋੜਫਲ ਅਤੇ ਗੁਣਨਫਲ ਪਤਾ ਕਰੋ। ਫਾਈਂਡ ਦ ਸਮ ਐਂਡ ਦ ਪ੍ਰੋਡਕਟ ਆਫ ਦ ਜ਼ੀਰੋਜ਼ ਆਫ ਦ ਪੋਲੀਨੋਮੀਅਲ x² - 6x + 5। ਠੀਕ ਹੈ, तो ਮੈਨੂੰ ਉਮੀਦ ਹੈ ਕਿ क्वेश्चन ਤੁਸੀਂ ਆਪ ਵੀ ਨਾਲ ਟਰਾਈ ਕਰਦੇ ਹੋਵੋਗੇ। ਵੀਡੀਓ ਨੂੰ ਪੌਜ਼ ਕਰਕੇ क्वेश्चन ਨੂੰ ਪਹਿਲਾਂ ਸੋਲਵ ਕਰਕੇ ਦੇਖ ਲਿਆ ਕਰੋ। ਬਹੁਤ ਈਜ਼ੀ क्वेश्चन ਨੇ। ਅਗਰ ਪਹਿਲੀਆਂ ਵੀਡੀਓਜ਼ ਤੁਸੀਂ ਦੇਖੀਆਂ ਨੇ, ਕਨਸੈਪਟ ਕੀਤੇ ਹੋਏ ਨੇ, ਤਾਂ ਬਹੁਤ ਈਜ਼ੀਲੀ ਤੁਸੀਂ ਇਹਨਾਂ ਨੂੰ ਸੋਲਵ ਕਰ ਸਕਦੇ ਹੋ। ਠੀਕ ਹੈ, तो ਇਹਦੇ 'ਚ ਅਸੀਂ ਸਿਫਰਾਂ ਦਾ ਜੋੜ ਅਤੇ ਗੁਣਨਫਲ ਜਿਹੜਾ ਪਤਾ ਕਰਨਾ ਹੈ। ਬਹੁਪਦ ਜਿਹੜਾ ਸਾਨੂੰ ਦਿੱਤਾ ਹੋਇਆ ਉਹ ਹੈ x² - 6x + 5। ਠੀਕ ਹੈ, तो ਸਭ ਤੋਂ ਪਹਿਲਾਂ ਆਪਾਂ ਕੀ ਕਰਨਾ, ਇਹਨੂੰ ਆਪਾਂ ਕੰਪੇਅਰ ਕਰਾਂਗੇ। ਦੀ ਤੁਲਨਾ ax² + bx + c ਨਾਲ ਕਰਨ ਤੇ। ਹਾਂਜੀ, ਜਦੋਂ ਅਸੀਂ ਤੁਲਨਾ ਕਰਾਂਗੇ ਤਾਂ ਇਹਦੀ ਜਿਹੜੀ ਕੀਮਤ ਹੈ ਉਹ ਮੇਰੇ ਕੋਲ ਇੱਥੇ ਕੀ ਬਣ ਗਈ, 1 ਬਣ ਗਈ। b ਦੀ ਕੀਮਤ ਸਾਡੇ ਕੋਲ ਕੀ ਆ ਗਈ, -6, ਔਰ c ਦੀ ਕੀਮਤ ਸਾਡੇ ਕੋਲ ਕੀ ਆ ਗਈ, 5। ਠੀਕ ਹੈ ਜੀ, तो ਸਿਫਰਾਂ ਦਾ ਜਿਹੜਾ ਜੋੜਫਲ ਹੈ ਉਹ ਸਾਨੂੰ ਪਤਾ ਕੀ ਹੁੰਦਾ ਹੈ, -b/a। ਸਿਫਰਾਂ ਦਾ ਜੋੜਫਲ -b/a। तो -b ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਕੀ ਹੈ, -6। b ਦੀ ਆਪਣੀ ਕੀਮਤ ਵੀ -6 ਹੈ। ਇੱਕ ਮਾਈਨਸ ਦਾ ਸਾਈਨ ਪਹਿਲਾਂ ਸਾਡੇ ਕੋਲ ਬਾਹਰ ਲੱਗਿਆ ਹੋਇਆ ਸੀਗਾ। ਠੀਕ ਹੈ, तो ए ਦੀ ਜਗ੍ਹਾ ਤੇ 1 ਮਾਈਨਸ ਪਲੱਸ ਹੋ ਜਾਏਗਾ ਤੇ ਸਾਡੇ ਕੋਲ 6 ਜਿਹੜਾ ਆਨਸਰ ਆ ਜਾਏਗਾ। तो ਸਿਫਰਾਂ ਦਾ ਜੋੜਫਲ ਸਾਡੇ ਕੋਲ ਕੀ ਹੋ ਗਿਆ, 6। ਇਸੇ ਤਰ੍ਹਾਂ ਸਿਫਰਾਂ ਦਾ ਗੁਣਨਫਲ, ਸਿਫਰਾਂ ਦਾ ਗੁਣਨਫਲ ਸਾਡੇ ਕੋਲ ਬਣੇਗਾ c/a। तो c ਦੀ ਕੀਮਤ ਸਾਡੇ ਕੋਲ ਕੀ ਹੈ ਬੱਚੋ, ਸਟੂਡੈਂਟਸ 5 ਤੇ a ਦੀ ਕੀਮਤ ਹੈਗੀ 1। तो ਸਿਫਰਾਂ ਦਾ ਗੁਣਨਫਲ ਜਿਹੜਾ ਉਹ ਸਾਡੇ ਕੋਲ 5 ਬਣ ਜਾਏਗਾ। ਠੀਕ ਹੈ ਜੀ, तो यही साडे कोल इस क्वेश्चन दे विच जिहड़ा आंसर है लास्ट आप इत्थे लिख सकते हैं। ठीक है, इसलिए x² - 6x + 5 जिहड़ा पॉलीनोमियल है दे सिफरां दा जोड़फल 6 ਅਤੇ गुणनफल 5 है। सम ऑफ zeros is 6 एंड प्रोडक्ट ऑफ zeros is 5। इस तो बाद 11वां क्वेश्चन साडे कोल है, एक दो घाती बहुपद पता करो जिस दियां सिफरां हेठ लिखियां हन। सिफरां जिहड़ियां सानू दित्तियां होईयां ने, फॉर्म अ क्वाड्रेटिक पॉलीनोमियल whose zeros are as follows। ठीक है, क्वेश्चंस ਦੇ ਵਿੱਚ ਤੁਸੀਂ ਦੇਖ ਸਕਦੇ ਹੋ, ਪਹਿਲੇ ਕੁਐਸਚਨ ਦੇ ਵਿੱਚ ਸਾਨੂੰ ਜਿਹੜੀਆਂ ਜ਼ੀਰੋਜ਼ ਨੇ, ਦੋਨੋਂ ਸਿਫਰਾਂ ਨੇ, ਉਹ 5 ਅਤੇ -6 ਜਿਹੜੀਆਂ ਦਿੱਤੀਆਂ ਨੇ। ਹੁਣ ਇਹਨਾਂ ਸਿਫਰਾਂ ਨੂੰ ਯੂਜ਼ ਕਰਕੇ ਕਿਵੇਂ ਆਪਾਂ ਕੁਆਡਰੇਟਿਕ ਪੋਲੀਨੋਮੀਅਲ ਜਿਹੜੀ ਲਿਖਣੀ ਹੈ, ਬਹੁਪਦ ਦੋ ਘਾਤੀ ਲਿਖਣੀ ਹੈ, ਉਹ ਅਸੀਂ ਦੇਖਾਂਗੇ ਇਸ ਕੁਐਸਚਨ ਦੇ ਵਿੱਚ। ਠੀਕ ਹੈ, ਹਾਂਜੀ, ਮੰਨ ਲਓ ਲੋੜੀਂਦੀ ਦੋ ਘਾਤੀ ਬਹੁਪਦ ax² + bx + c ਹੈ। ਠੀਕ ਹੈ, ਤਾਂ ਸਿਫਰਾਂ ਸਾਡੇ ਕੋਲ ਦਿੱਤੀਆਂ ਨੇ, ਸਿਫਰਾਂ ਦਾ ਅਸੀਂ ਜੋੜਫਲ ਲਿਖਾਂਗੇ। ਸਿਫਰਾਂ ਦਾ ਜੋੜਫਲ, ਜੋੜਫਲ ਦੇ ਲਈ ਆਪਾਂ ਇਹਨਾਂ ਦੋਨਾਂ ਨੂੰ ਜੋੜ ਦਾਂਗੇ, 5 ਜਮਾ -6। ਠੀਕ ਹੈ, 5 + -6 तो ये +- हो जाएगा। तो ये 5 - 6 आएगा ਸਾਡੇ ਕੋਲ, ਜੋ ਕਿ -1 ਜਿਹੜਾ ਸਾਡੇ ਕੋਲ ਬਣ ਜਾਏਗਾ। ਅੱਛਾ, ਵੈਸੇ ਸਿਫਰਾਂ ਦਾ ਜੋੜਫਲ ਸਾਨੂੰ ਪਤਾ, ਇਹਦਾ ਫਾਰਮੂਲਾ ਸਾਡੇ ਕੋਲ ਕੀ ਹੁੰਦਾ, -b/a। तो -1 ਹੈ ਤਾਂ -1 ਨੂੰ ਅਸੀਂ -1/1 ਵੀ ਲਿਖ ਸਕਦੇ ਹਾਂ। ਠੀਕ ਹੈ, ਹੁਣ ਇਸ ਤੋਂ ਬਾਅਦ ਅਸੀਂ ਸਿਫਰਾਂ ਦਾ ਗੁਣਨਫਲ ਜਿਹੜਾ ਉਹ ਲਿਖਾਂਗੇ। ਸਿਫਰਾਂ ਦਾ ਗੁਣਨਫਲ ਸਾਡੇ ਕੋਲ ਹੋਏਗਾ 5 ਗੁਣਾ -6। तो ਮਾਈਨਸ ਦਾ ਸਾਈਨ ਹੈ, तो ਮਾਈਨਸ ਆਏਗਾ ਕਿਉਂਕਿ ਸਾਡੇ ਕੋਲ ਮਾਈਨਸ ਗੁਣਾ ਦੇ ਵਿੱਚ ਇੱਕ ਵਾਰ ਆ ਰਿਹਾ, ਔਰ 6 × 5 = 30। ਠੀਕ ਹੈ ਜੀ, तो 30/1 ਨੂੰ ਲਿਖਿਆ ਜਾ ਸਕਦਾ, ਔਰ ਵੈਸੇ ਸਾਨੂੰ ਪਤਾ ਕਿ ਸਿਫਰਾਂ ਦਾ ਗੁਣਨਫਲ ਜਿਹੜਾ ਹੁੰਦਾ ਉਹ ਕੀ ਹੁੰਦਾ, c/a ਦੇ ਬਰਾਬਰ। ਠੀਕ ਹੈ, तो ਇਹ ਦੋਨੋਂ ਐਕਸਪ੍ਰੈਸ਼ਨ ਜਿਹੜੇ ਹੈਗੇ ਨੇ, ਇਹਨਾਂ ਤੋਂ ਅਸੀਂ ABC ਦੀਆਂ ਵੈਲਿਊਜ਼ ਜਿਹੜੀਆਂ ਪਤਾ ਕਰਾਂਗੇ। ਉਹ ਵੈਲਿਊਜ਼ ਇੱਥੇ ਲਿਖ ਦਾਂਗੇ ਤਾਂ ਸਾਡੇ ਕੋਲ ਜਿਹੜੀ ਰਿਕੁਆਇਰਡ ਪੋਲੀਨੋਮੀਅਲ ਹੈ, ਲੋੜੀਂਦੀ ਦੋ ਘਾਤੀ ਬਹੁਪਦ ਹੈ, ਉਹ ਸਾਡੇ ਕੋਲ ਬਣ ਜਾਏਗੀ। ਠੀਕ ਹੈ, तो ਇਹਦੇ 'ਚ ਕੰਪੇਅਰ ਕਰਨ ਤੇ ਇਟ ਇੰਪਲਾਈਜ਼ a ਕਿੰਨਾ ਬਣਦਾ ਵੀ, a ਬਣੇਗਾ ਸਾਡੇ ਕੋਲ 1, ਔਰ b ਸਾਡੇ ਕੋਲ ਕਿੰਨਾ ਬਣੇਗਾ, -b = -1 ਹੈ ਨਾ, -b -1 ਦੇ ਇਕੁਅਲ ਆਏਗਾ। ਜਦੋਂ ਅਸੀਂ ਕੰਪੇਅਰ ਕਰਾਂਗੇ ਤਾਂ b ਜਿਹੜਾ ਉਹ ਸਾਡੇ ਕੋਲ 1 ਦੇ ਬਰਾਬਰ ਆ ਜਾਏਗਾ। ਇਸੇ ਢੰਗ ਦੇ ਨਾਲ c ਦੀ ਵੈਲਿਊ ਤੋਂ ਕੀ ਬਣਦੀ ਪਈ ਹੈ, c = -30। c ਦੀ ਵੈਲਿਊ ਜਿਹੜੀ ਉਹ -30 ਸਾਡੇ ਕੋਲ ਬਣੇਗੀ। ਠੀਕ ਹੈ ਜੀ, तो a b c ਦੀਆਂ ਕੀਮਤਾਂ ਸਾਨੂੰ ਪਤਾ ਲੱਗ ਗਈਆਂ, ਤੇ ਇਹਦੇ 'ਚ ਫਿਲ ਕਰਕੇ ਅਸੀਂ ਜਿਹੜੀ ਆਪਣੀ ਪੋਲੀਨੋਮੀਅਲ ਹੈ ਉਹ ਅਸੀਂ ਤਿਆਰ ਕਰ ਸਕਦੇ ਹਾਂ। ਇਸ ਲਈ ਇਹ ਸਾਡੇ ਕੋਲ x², a ਦੀ ਵੈਲਿਊ 1, b ਦੀ ਵੈਲਿਊ 1, x² + x, c ਦੀ ਜਗ੍ਹਾ ਤੇ -30 -30 ਲੋੜੀਂਦੀ ਬਹੁਪਦ ਹੈ।
लोड़ींदी बहुपद है। ठीक है, तो इस तो बाद असी इहदा 6वां क्वेश्चन है साडे कोल, सॉरी 11वें का जिहड़ा दूसरा पार्ट है साडे कोल, ਉਹਦੇ 'ਚ है दोनों ਜਿਹੜੀਆਂ ਸਿਫਰਾਂ ਦਿੱਤੀਆਂ ਹੋਈਆਂ ਨੇ 2 ਜਮਾ ਵਰਗਮੂਲ 3 ਕੌਮਾ 2 ਘਟਾਓ ਵਰਗਮੂਲ 3 2 ਪਲੱਸ ਸਕੁਆਇਰ ਰੂਟ ਆਫ 3 ਕੌਮਾ 2 ਮਾਈਨਸ ਸਕੁਆਇਰ ਰੂਟ ਆਫ 3। ਹਾਂਜੀ ਬੱਚਿਓ, ਸੈਕਿੰਡ ਕੁਐਸਚਨ ਵਿੱਚ ਸਾਡੇ ਕੋਲ ਸਿਫਰਾਂ 2 ਜਮਾ ਵਰਗਮੂਲ 3 ਤੇ 2 ਘਟਾਓ ਵਰਗਮੂਲ 3 ਮੰਨ ਲਓ ਲੋੜੀਂਦੀ ਬਹੁਪਦ ax² + bx + c ਹੈ। ਬਿਲਕੁਲ ਜਿਵੇਂ ਆਪਾਂ ਲਾਸਟ ਕੁਐਸਚਨ ਦੇ ਵਿੱਚ ਕੀਤਾ ਉਸੇ ਢੰਗ ਦੇ ਨਾਲ ਇਹਦੇ 'ਚ ਆਪਾਂ ਕਰਾਂਗੇ। ਤਾਂ ਹੁਣ ਅਸੀਂ ਕਰਾਂਗੇ ਸਿਫਰਾਂ ਦਾ ਜੋੜ, ਸਿਫਰਾਂ ਦਾ ਜੋੜ। ਠੀਕ ਹੈ, तो इन्होंने दोनों का जोड़ साडे कोल की बनेगा 2 + √3 + 2 - √3। ठीक है, दोनों को आपां जोड़ लिया। हुण इहदे च प्लस √3 है और ये -√3 दोनों कट्टे जाएंगे, साडे कोल आंसर की बनेगा 2 + 2 4। ठीक है, और सिफरां दा जोड़ की हुंदा साडे कोल -b/a, ये सानू पहले ही पता। ठीक, तो इनू भी मैं 4/1 लिख लेना। ठीक है, इस तो बाद असीं लिखांगे सिफरां दा गुणनफल। सिफरां दा गुणनफल, और वो साडे कोल की आएगा 2 जमा वर्गमूल 3 और 2 घटाओ वर्गमूल 3। ठीक है, 2 + √3 2 माइनस √3। और साडे कोल फार्मूला हुंदा है a + b * a - b दा की हुंदा है a² - b²। वही फार्मूला जिहड़ा इत्थे असीं यूज़ करना है। की हुंदा फार्मूला अगर साडे कोल a + * a - b होए तो ये की बन जाता है a² - b²। 9th क्लास से आपां पढ़ के आए हैं। ठीक है, तो ये बन जाएगा साडे कोल 2² इहदे च a साडे कोल 2 है और b की जगह पे √3 है -√3²। ठीक है, तो 2 दूनी 4 माइनस वर्गमूल जिहड़ा वर्ग दे नाल कटिया जाएगा 3। तो 4 दे विचों 3 माइनस कीते साडे कोल आएगा 1। ठीक है, ये साडे कोल सी सिफरां दा गुणनफल बराबर 1। पर सिफरां दा गुणनफल सानू पता है कि वैसे फार्मूला जिहड़ा सिफरां दे गुणनफल दा हुंदा है c/a। ठीक है, तो 1 नूं मैं 1/1 भी लिख सकदा है। ठीक है, तो इन्हें दोनों एक्सप्रैशनस नूं कंपेयर करके a b c ਦੀਆਂ ਜਿਹੜੀਆਂ ਵੈਲਿਊਜ਼ ਆਪਾਂ ਫਾਈਂਡ ਕਰਨੀਆਂ ਨੇ, ਉਹ ਸਾਰੀਆਂ ਵੈਲਿਊਜ਼ ਜਿਹੜੀਆਂ ਇਸ ਐਕਸਪ੍ਰੈਸ਼ਨ ਦੇ ਵਿੱਚ ਫਿਲ ਕਰਕੇ ਉਹ ਸਾਡੇ ਕੋਲ ਲੋੜੀਂਦੀ ਦੋ ਘਾਤੀ ਬਹੁਪਦ ਬਣ ਜਾਏਗੀ। ਠੀਕ ਹੈ, ਇਟ ਇੰਪਲਾਈਜ਼, ਹਾਂਜੀ a ਕਿੰਨਾ ਬਣ ਗਿਆ ਸਾਡੇ ਕੋਲ 1 और b ਸਾਡੇ ਕੋਲ ਬਣ ਗਿਆ, ਹਾਂਜੀ क्योंकि -b 4 ਦੇ ਬਰਾਬਰ है तो b ਸਾਡੇ ਕੋਲ -4 ਦੇ ਬਰਾਬਰ ਹੋਏਗਾ और c ਦੀ ਵੈਲਿਊ ਸਾਡੇ ਕੋਲ ਜਿਹੜੀ ਹੈ ਉਹ 1 ਹੈ। ठीक, तो इस तरह हुण a b c ਦੀਆਂ ਜਿਹੜੀਆਂ ਵੈਲਿਊਜ਼ ਨੇ ਉਹ ਆਪਾਂ ਇਹਦੇ 'ਚ ਫਿਲ ਕਰਾਂਗੇ ਇਸ ਤਰ੍ਹਾਂ x² - 4x + 1 ਲੋੜੀਂਦੀ ਦੋ ਘਾਤੀ ਬਹੁਪਦ ਹੈ। ठीक है जी, सम ऑफ जीरोज आप लिया है उतों b -b/c की वैल्यू साढ़े कोल आ गई, जिहड़ा सम ऑफ प्रोडक्ट ऑफ जीरोज लिया उतों साढ़े कोल c/a की वैल्यू आ गई। इन्हों कंपेयर करके a b c दी वैल्यूज आप कैलकुलेट कर लिया जिवें आप पहला वीडियोज़ के सीख चुके हैं। ठीक है, इसलिए इत्थे मैं ज़्यादा टाइम नहीं लगा रहा। ठीक है, वो सारिया वैल्यूज़ ने इस एक्सप्रैशन से आप यूज़ किया तो साढ़े कोल जिहड़ी रिक्वायर्ड क्वाड्रेटिक इक्वेशन क्वाड्रेटिक पॉलीनोमियल सी सॉरी वो साढ़े कोल जिहड़ी आ वो बन जाती है। ठीक, हाँ जी स्टूडेंट्स, 12th क्वेश्चन अपने को है बहुपद px बराबर 4x की घात 3 - 8x की घात 2 जमा 8x - 1 नूं gx बराबर 2x का वर्ग - 3x जमा 2 नाल भाग अते भाग करके भागफल अते बाकी पता करो। डिवाइड द पॉलीनोमियल px = 4x³ - 8x² + 8x - 1 बाय द पॉलीनोमियल gx = 2x² - 3x + 2। फाइंड द कोशेंट एंड द रिमाइंडर। ठीक है, आप gx ਦੇ ਨਾਲ px ਨੂੰ ਡਿਵਾਈਡ ਕਰਨਾ ਹੈ ਜਿਵੇਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਕਰ ਚੁੱਕੇ ਹਾਂ। तो उस तो ਅਸੀਂ ਕੋਸ਼ੈਂਟ ਤੇ ਜਿਹੜਾ ਰਿਮਾਈਂਡਰ ਹੈ ਉਹ ਅਸੀਂ ਕੈਲਕੂਲੇਟ ਕਰਕੇ ਦੱਸਣਾ ਹੈ ਵਿੱਚ। ਠੀਕ ਹੈ, तो ਕਰਦੇ ਹਾਂ ਇਹਨੂੰ ਸਟਾਰਟ। ਅਸੀਂ ਸਭ ਤੋਂ ਪਹਿਲਾਂ ਅਸੀਂ ਇਹ ਚੈੱਕ ਕਰਨਾ ਹੁੰਦਾ ਕਿ ਕੀ ਜਿਹੜੇ ਦੋਨੋਂ ਬਹੁਪਦ ਸਾਨੂੰ ਦਿੱਤੇ ਨੇ ਉਹ ਮਿਆਰੀ ਰੂਪ ਦੇ ਵਿੱਚ ਹੈਗੇ ਨੇ, ਸਟੈਂਡਰਡ ਫਾਰਮ ਦੇ ਵਿੱਚ ਹੈਗੇ ਨੇ। तो 4x³ सब तो पहला x की पावर 3 है, फिर 2 है, फिर 1 है, फिर अचल पद है। ठीक है, इसी तरह ये x² है, फिर x⁻1 है, फिर x⁻0 भाव के अचल पद है। तो ठीक है, दोनों जो बहुपद ने वो साडे कोल मियारी रूप दे विच हैगे ने। आपां इन्हां नूं डिवाइड भाग कर सकते हैं, तकसीम कर सकते हैं। ठीक है, तो डिविडेंड नूं असीं अंदर लिख लिया, डिवाइजर नूं बाहर लिखांगे 2x² - 3x + 2। ठीक है बच्चों,
तो ये सब तो पहला आप की देखते होंगे आप ये देखना होंगे कि जो फर्स्ट दोनों के फर्स्ट पहले पहले पद ने साढ़े कोल फर्स्ट टर्म्स ने उन्होंने असी कंपेयर करना होंगे तो जिस चीज़ की लोड़ है वो गुणा करांगे ठीक है। तो वो वास्ते थोड़ा लास्ट दसिया सगा ये भी आप करके डिवाइड करके देख सकते हैं तुसी ये पहले पद नूं डिवाइजर दे पहले भाजक के पहले पद के नाल पहली टर्म के नाल असी डिवाइड करके देख सकते हैं ठीक है। तो 4 नूं 2 ते डिवाइड किया तो साढ़े कोल 2 बन जाएगा और ये एक्स स्क्वायर एक्स क्यूब है तो इत्थे साढ़े कोल सिंगल एक्स जिहड़ा बचेगा पाव 2x ठीक है। तो 2x के नाल अगर असी इनू मल्टीप्लाई करते हैं तो 2 2 = 4 हो जाएगा 2 दूनी 4 और एक्स स्क्वायर नूं x नाल गुणा करेंगे तो साढ़े कोल x का काण आ जाएगा। तो ठीक है साढ़े कोल जिहड़ी भागफल की पहली टर्म है वो साढ़े कोल 2x बन जाएगी ठीक है। तो 2x नूं आपां गुणा करांगे हुण 2x स्क्वायर माइनस 3x प्लस 2 ठीक है। तो ये पूरे नूं असी 2x नाल गुणा किया तो ये साढ़े कोल बन जाएगा 4x क्यूब ठीक है। तो उस तो बाद 2x नूं 3x ना करांगे आपां तो माइनस 6x स्क्वायर हो जाएगा फिर 2x नूं आपां 2 नाल करांगे तो साढ़े कोल 4x आ जाएगा ठीक है। तो इत्थे असी लिख दिंदे आ 4x की पावर 3 माइनस 6x की पावर 2 जमा 4x ठीक है। तो हुण सब दे साइन जिहड़े असी चेंज करांगे माइनस हो जाएगा साढ़े कोल प्लस हो जाएगा और ये माइनस हो जाएगा। तो 4x क्यूब ये दोनों कट्टे जाएंगे माइनस 8 जमा दे 6 माइनस 8 प्लस 6 ये साढ़े को माइनस 2 बचेगा 8 के विचों 4 अगर असी माइनस कर दें साढ़े को 4x माइनस 1 आ जाएगा 1 माइनस 1 असी उपरों उतार लिया और ठीक है। तो हुण इन्हां दोनों दे विच आपां फर्स्ट टर्म जिहड़ी ओह कंपेयर करके देखिए तो की डिफरेंस आंदा सिर्फ ते सिर्फ माइनस का डिफरेंस आंदा इहदा मतलब असी इनू डिवाइजर नूं माइनस 1 नाल गुणा करांगे तो साढ़े कोल जिहड़ा भागफल का दूजा पद है वो साढ़े कोल माइनस 1 हो जाएगा। तो जो माइनस 1 नूं आपां इधर गुणा करांगे डिवाइजर दे नाल तो साढ़े कोल की बनेगा फर्स्ट टर्म जिहड़ी है साढ़े कोल माइनस 2x स्क्वायर बन जाएगी और माइनस 1 नूं माइनस 3 नाल गुणा करांगे तो जमा दे 3x हो जाएगा माइनस 1 नूं 2 नाल करांगे तो माइनस दे 2 हो जाएंगे भाव साढ़े कोल जिहड़ी इत्थे रकम है वो 2x स्क्वायर प्लस 3x और माइनस 2 बन जाएगी ठीक। उस तो बाद आप साइन चेंज करते हैं प्लस हो जाएगा माइनस प्लस तो ये दोनों कटे जाएंगे 4 के विचों 3 माइनस किया तो 1x आ जाएगा साढ़े कोल और -1 है प्लस 2 है -1 प्लस 2 का साइन साढ़े को प्लस का आएगा ठीक है ना वड्डे वाला साइन लगेगा। तो x प्लस 1 जड़ा ये साढ़े कोल बाकी बचता है और 2x माइनस 1 ये साढ़े कोल भागफल आ जाता है कोशंट भाव के आ जाता है ठीक है। ये साढ़े कोल कोशंट तो ये बाकी है। तो इस तरह भागफल 2x माइनस 1 बाकी भाव के रिमाइंडर कोशंट हो गया ये रिमाइंडर x प्लस 1 ठीक है 1x में आप x लिख सकते हैं तो x प्लस 1 ये साढ़े कोल रिक्वायर्ड आंसर है इस क्वेश्चन का। इस तो बाद स्टूडेंट्स अगला साढ़े कोल क्वेश्चन 13वां है कि बहुपद 4x⁴ प्लस 2x क्यूब माइनस 8x स्क्वायर प्लस 3x माइनस 7 विचों की घटाइए कि ये बहुपद 2x स्क्वायर प्लस x माइनस 2 नाल वंडिया जावे ठीक है। बहुपद तुसी देख सकते हो 4x की घात 4 है जमा 2x की घात 3 है माइनस 8 x की घात 2 जमा 3x माइनस 7 ठीक है। इनू असी वंडना है दूजे बहुपद दे नाल सॉरी ਇਹਦੇ ਵਿੱਚੋਂ ਇਹ ਦੇਖਣਾ ਹੈ ਕਿ ਪਹਿਲੇ ਬਹੁਪਦ ਦੇ ਵਿੱਚੋਂ ਆਪਾਂ ਕੀ ਮਾਈਨਸ ਕਰ ਦਈਏ ਕਿ ਸਾਡੇ ਕੋਲੇ ਦੂਜੇ ਬਹੁਪਦ ਦੇ ਨਾਲ ਪੂਰਾ ਪੂਰਾ ਵੰਡਿਆ ਜਾਵੇ ਠੀਕ ਹੈ। what must be subtracted from the first polynomial so that it may be exactly divisible by 2x square plus x minus 2 ठीक है। तो ਇਹਦੇ ਲਈ ਅਸੀਂ ਥੋੜਾ ਜਿਹਾ ਪਹਿਲਾਂ ਸਮਝ ਲੈਂਦੇ ਹਾਂ ਭਾਵ ਹੈ ਕਿ ਜਿਹੜਾ ਪਹਿਲਾ ਸਾਡੇ ਕੋਲੇ ਪੋਲੀਨੋਮੀਅਲ ਹੈ px ਜਿਹਨੂੰ ਅਸੀਂ ਮੰਨਿਆ ਉਹਦੇ ਵਿੱਚੋਂ ਅਸੀਂ ਕੀ ਮਾਈਨਸ ਕਰ ਦਈਏ ਕਿ ਦੂਸਰੇ ਪੋਲੀਨੋਮੀਅਲ ਦੂਸਰੇ ਬਹੁਪਦ ਦੇ ਨਾਲ ਪੂਰਾ ਪੂਰਾ ਵੰਡਿਆ ਜਾਵੇ। ਇਹਨੂੰ ਸਮਝਣ ਲਈ ਥੋੜਾ ਜਿਹਾ ਦੇਖੋ मान लो कि 17 ਨੂੰ मैं 5 ਦੇ ਨਾਲ ਭਾਗ ਕਰਨਾ ਹੈ 17 ਨੂੰ 5 ਨਾਲ ਡਿਵਾਈਡ ਕਰਨਾ ਚਾਹਨਾ ਤੇ ਮੈਂ ਇਹਨੂੰ ਪੂਰਾ ਪੂਰਾ ਡਿਵਾਈਡ ਕਰਨਾ ਚਾਹਨਾ ਪਰ 17 ਜਿਹੜਾ 5 ਦੇ ਭਾਗ ਦੇ ਵਿੱਚ ਤਾਂ ਜਾਂਦਾ ਨਹੀਂ ठीक है। 17 5 3 15 ਉਸ ਤੋਂ 5 ਚੌਕਾ 20 ਹੋ ਜਾਏਗਾ ਸਾਡੇ ਕੋਲ ठीक है 20 ਹੋ ਜਾਏਗਾ। तो 17 ਨੂੰ ਅਸੀਂ 5 ਦੇ ਨਾਲ ਭਾਗ ਕਰਕੇ ਦੇਖਦੇ ਹਾਂ ਭਾਗ ਕਰਕੇ ਮੇਰੇ ਕੋ ਆਇਆ 5 3 15 ਬਾਕੀ ਕੀ ਬਚਿਆ 2 ਇਹ ਜਿਹੜਾ ਬਾਕੀ ਬਚਿਆ ਇਹ ਵਾਧੂ ਹੈ। अगर इनू मैं 17 ਦੇ ਵਿੱਚੋਂ ਮਾਈਨਸ ਕਰਦਾ
तो मेरे को बचेगा 15। हुण ये 15 जिहड़ा है 5 नाल डिविजिबल है, 5 नाल भाग हो जाएगा, 5 दे पहाड़े विच आउंदा है। तो इसे ढंग दे नाल आपां की करना है, इस बहुपद नूं px नूं आपां gx दे नाल डिवाइड करांगे, भाग करांगे, तो जो साडे कोल बाकी बचेगा वो बाकी असीं px दे विचों माइनस कर दांगे तो साडे कोल लोड़ींदा जिहड़ा आंसर है इस क्वेश्चन दा वो आ जाएगा। भाव कि बाकी नूं इहदे विचों माइनस करन ते जो बहुपद साडे कोल पिछे बचेगा वो बहुपद पूरा पूरा gx दे नाल डिविजिबल होएगा, डिविजिबल दे नाल भाजयोग होएगा। ठीक है, तो असीं हुण इहनूं डिवाइड करना है gx दे नाल px नूं। तो शुरू करते हैं आपां। चार एक्स की घात 4 जमा 2x की घात 3 माइनस 8x स्क्वायर जमा 3x माइनस 7। ठीक है, ਇਹਦੇ ਚ ਮੈਂ ਤੇ ਚੈੱਕ ਕਰ ਲਿਆ, ਤੁਸੀਂ ਇੱਕ ਵਾਰ ਦੇਖ ਸਕਦੇ ਹੋ ਕਿ ਕੀ ਦੋਨੋਂ ਬਹੁਪਦ ਮਿਆਰੀ ਰੂਪ ਦੇ ਵਿੱਚ ਹੈਗੇ ਨੇ। ਬਿਲਕੁਲ ਹੈਗੇ ਨੇ। ਠੀਕ ਹੈ, ਦੋਨੋਂ ਬਹੁਪਦ ਜਿਹੜੇ ਨੇ ਉਹ ਮਿਆਰੀ ਰੂਪ ਦੇ ਵਿੱਚ ਹੀ ਨੇ। ਹਾਂਜੀ, ਸਭ ਤੋਂ ਪਹਿਲਾਂ ਸਾਡੇ ਕੋਲ ਭਾਗਫਲ ਦਾ ਪਹਿਲਾ ਪਦ ਕੀ ਆਏਗਾ, ਉਹਦੇ ਲਈ ਅਸੀਂ ਇਹਨਾਂ ਦੇ ਦੋਨਾਂ ਦੇ ਜਿਹੜੇ ਪਹਿਲੇ ਪਦ ਨੇ ਉਹ ਕੰਪੇਅਰ ਕਰਨੇ ਨੇ ਆਪਸ ਦੇ ਵਿੱਚ, ਹੈ ਨਾ। तो 4x⁴ ਨੂੰ ਅਸੀਂ ਡਿਵਾਈਡ ਕਰਕੇ ਦੇਖ ਲੈਂਦੇ ਹਾਂ 2x स्क्वायर ਦੇ ਨਾਲ। ਹਾਂਜੀ, ਕੀ ਹੋਏਗਾ, 4 ਨੂੰ 2 ਤੇ ਵੰਡਾਂਗੇ ਤਾਂ ਇਹ ਸਾਡੇ ਕੋਲ 2 ਆਏਗਾ, ਔਰ ਇੱਥੇ x ਦੀ ਘਾਤ 4 ਹੈ, x ਦੀ ਘਾਤ 2 ਹੈ, ਤਾਂ ਸਾਡੇ ਕੋਲ x ਦੀ ਘਾਤ 2 ਜਿਹੜੀ ਆ ਉਹ ਬਚ ਜਾਏਗੀ। ਭਾਵ ਕਿ ਭਾਗਫਲ ਦਾ ਜਿਹੜਾ ਪਹਿਲਾ ਪਦ ਹੈ ਸਾਡੇ ਕੋਲ ਉਹ 2x² ਬਣੇਗਾ। ਠੀਕ ਹੈ, 2x²। तो 2x² ਨੂੰ ਜਦੋਂ ਅਸੀਂ ਇਹਦੇ ਨਾਲ ਪੂਰੇ ਨਾਲ ਗੁਣਾ ਕਰਾਂਗੇ ਫਿਰ ਕੀ ਬਣਦਾ ਉਹ ਵੀ ਸਾਨੂੰ ਦੇਖਣਾ ਪਏਗਾ। ਪੂਰੇ ਗੁਣਜ ਨੂੰ डिवाइजर ਨੂੰ ਭਾਜਕ ਨੂੰ ਅਸੀਂ ਗੁਣਾ ਕਰਾਂਗੇ 2x² ਦੇ ਨਾਲ। ਹਾਂਜੀ, तो 2x² ਨੂੰ ਜਦੋਂ 2x³ ਨਾਲ ਮਲਟੀਪਲਾਈ ਕੀਤਾ ਇਹ ਸਾਡੇ ਕੋਲ ਬਣ ਗਿਆ, ਸੌਰੀ ਇੱਥੇ ਵੀ ਸਕੁਆਇਰ ਹੈ, ਇਹ ਸਾਡੇ ਕੋਲ ਬਣ ਗਿਆ 4x⁴। ਇਹਦੇ ਬਰਾਬਰ ਇਹੀ ਸਾਨੂੰ ਚਾਹੀਦਾ ਸੀ। ਠੀਕ ਹੈ, ਇਸ ਤੋਂ ਬਾਅਦ 2x² ਨੂੰ x ਨਾਲ ਮਲਟੀਪਲਾਈ ਕਰੀਏ ਤਾਂ ਇਹ ਸਾਡੇ ਕੋਲ 2x³ ਬਣ ਜਾਏਗਾ। ਫਿਰ 2x² ਨੂੰ -2 ਨਾਲ ਮਲਟੀਪਲਾਈ ਕਰੀਏ ਸਾਡੇ ਕੋਲ 4x ਦਾ ਵਰਗ ਬਣ ਜਾਏਗਾ। ਇਹ ਸਾਰੀ रकम आप इत्थे लिख लेने। ठीक ठीक है जी, तो सारे साइन चेंज कर दो, ये माइनस हो जाएगा, ये माइनस हो जाएगा, प्लस हो जाएगा, ये दोनों कटे जाएंगे, ये भी कटे जाएंगे। माइनस दे 8 है जमा दे 4 है तो इतने साढ़े को आएगा -4x²। ठीक है ना, -8 + 4 तो साइन वही आएगा जो वड्डे दे अगे है, दोनों के ओपोजिट साइन ने, इस करके दोनों माइनस होंगे पर साइन वड्डे वाला आएगा। -4x² हुण असीं उपरों +3x ਜਿਹੜਾ ਉਹ ਉਤਾਰ ਲਾਂਗੇ। ठीक, और इस दे नाल ही ਆਪਾਂ ਇਹ -7 ਵੀ ਉਤਾਰ ਲਾਂਗੇ ਕਿਉਂਕਿ ਇਹਦੇ ਵਿੱਚ ਸਾਡੇ ਕੋਲ ਭਾਜਕ ਦੇ ਵਿੱਚ 3 ਟਰਮਸ ਨੇ, तो ਇੱਥੇ ਵੀ ਸਾਨੂੰ 3 ਜਿਹੜੀਆਂ ਉਹ ਚਾਹੀਦੀਆਂ ਨੇ। ठीक, तो ਹੁਣ ਅਸੀਂ ਜਿਹੜਾ ਪਹਿਲਾ ਪਦ ਹੈ ਦੋਨਾਂ ਦਾ ਕੰਪੇਅਰ ਕਰਕੇ ਦੇਖਦੇ ਹਾਂ। -4x² ਹੈ ਔਰ ਇੱਥੇ ਸਾਡੇ ਕੋਲ ਹੈ 2x²। तो -4x² ਨੂੰ ਆਪਾਂ 2x² ਦੇ ਨਾਲ ਅਗਰ ਭਾਗ ਕਰੀਏ तो x² ਕੱਟਿਆ ਜਾਏਗਾ, 4 ਨੂੰ 2 ਨਾਲ ਡਿਵਾਈਡ ਕਰਾਂਗੇ -2 ਆਏਗਾ। ਭਾਵ ਕਿ ਸਾਡੇ ਕੋਲ ਜਿਹੜੀ ਬਹੁਪਦ ਦੀ ਦੂਸਰੀ ਟਰਮ ਹੈ, ਸਾਡੇ ਕੋਲ ਦੂਸਰਾ ਪਦ ਹੈ ਬਹੁਪਦ ਦਾ, ਉਹ ਸਾਡੇ ਕੋਲ -2 ਆ ਜਾਏਗਾ। तो -2 ਦੇ ਨਾਲ ਇਸ ਪੂਰੇ ਭਾਜਕ ਨੂੰ ਅਗਰ ਅਸੀਂ ਗੁਣਾ ਕਰਦੇ ਹਾਂ ਤਾਂ ਕੀ ਬਣੇਗਾ ਸਾਡੇ ਕੋਲ 2x² + x - 2। ठीक, तो ये बनेगा -4x ਦਾ ਵਰਗ और -2x और माइनस +4। ठीक, तो ये सीधे लिख देंगे -4x² -2x और +4। ठीक, तो साइन चेंज कर दो, ये प्लस हो जाएगा, ये भी प्लस हो जाएगा, ये माइनस हो जाएगा। ठीक है, ये दोनों आपस कटे जाएंगे। 3x ते 2x साढ़े कोल कितने हो गए, दोनों प्लस दे ने 5x और -7 -4 की बननगे -11। ठीक है जी, तो ये है साडे कोल लोड़ींदी टर्म ਉਹ ਲੋੜੀਂਦਾ ਜਿਹੜਾ ਬਹੁਪਦ ਹੈ ਜਿਹਨੂੰ ਅਸੀਂ ਅਗਰ px ਦੇ ਵਿੱਚੋਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਜੋ ਬਣੇਗਾ ਬਹੁਪਦ ਉਹ gx ਦੇ ਨਾਲ ਪੂਰਾ ਪੂਰਾ ਵੰਡਿਆ ਜਾਵੇਗਾ। ਠੀਕ ਹੈ, ਇਹ ਸਾਡੇ ਕੋਲ ਹੈ ਇਸ ਸਵਾਲ ਦਾ ਬਾਕੀ। ਸੋ ਅਸੀਂ ਇੱਥੇ ਲਾਸਟ ਦੇ ਵਿੱਚ ਲਿਖ ਸਕਦੇ ਹਾਂ ਕਿ ਜੇਕਰ ਇਸ ਲਈ जेकर बहुपद 4x की घात 4 जमा 2x की घात 3 -8x की घात 2
जमा 3x माइनस 7 विचों बाकी भाव ये जिहड़ा साडे कोल बहुपद आया 5x माइनस 11 नूं घटाया जावे तां इस तरह प्राप्त बहुपद पूरी तरह 2x स्क्वायर प्लस x माइनस 2 नाल वंडिया जाएगा। ठीक है जी, ये साडे कोल हैगा सी 13वां क्वेश्चन 13th क्वेश्चन। इस तो बाद 2 क्वेश्चन होर बस बचे ने। हाँ जी स्टूडेंट्स, अगला क्वेश्चन साडे कोल है जेकर 2x क्यूब प्लस x स्क्वायर माइनस 6x माइनस 3 दे 2 सिफर घटाओ वर्गमूल 3 ਅਤੇ घटाओ वर्गमूल 3 माइनस वर्गमूल 3 ਅਤੇ जमा ਦਾ वर्गमूल 3 ਹੋਣ ਤਾਂ ਬਾਕੀ ਦੀਆਂ ਸਿਫਰਾਂ ਪਤਾ ਕਰੋ। obtain all other zeros of 2x cube plus x square minus 6x minus 3 if two of its zeros are minus root 3 and plus root 3। ठीक है, ये दोनों ਇਹਦੇ ਕੀ ਨੇ ਸਿਫਰ ਨੇ। ਇਹਦੇ ਵਿੱਚ ਆਪਾਂ ਪਹਿਲਾਂ ਐਕਸਰਸਾਈਜ਼ ਦੇ ਵਿੱਚ ਡਿਸਕਸ ਕੀਤਾ ਸੀਗਾ ਐਵੇਂ ਦਾ ਕੁਐਸਚਨ। तो माइनस वर्गमूल 3 ਅਤੇ वर्गमूल 3 2x क्यूब प्लस x स्क्वायर माइनस 6x माइनस 3 ਦੇ ਸਿਫਰ ਹਨ। ਤਾਂ हाँ जी, जेकर ये सिफर ਹਨ ਤਾਂ x माइनस वर्गमूल 3 x जमा वर्गमूल 3 ਅਤੇ x माइनस वर्गमूल 3 बहुपद p 2x की घात 3 जमा x की पावर 2 माइनस 6x माइनस 3 ਦੇ गुणनखंड होणगे। ठीक है, तो ये असीं पहला कर चुके हैं। अगर साडे कोल जिहड़ा 2 है वो 0 होए तो x माइनस 2 जिहड़ा बहुपद का गुणनखंड हुंदा है। अगर साडे कोल माइनस 2 किसी बहुपद का 0 है सिफर है तो x जमा 2 जिहड़ा है उस बहुपद का गुणनखंड होएगा। तो इसी ढंग दे नाल आपां इत्थे लिखिआ माइनस वर्गमूल 3 जिहड़ा होएगा सिफर है तो x जमा वर्गमूल 3 जिहड़ा है वो इस बहुपद का गुणनखंड होएगा। ये बहुत सिंपल है। आपां इहदे च अगर माइनस है तो प्लस इत्थे यूज़ करांगे क्योंकि x प्लस रूट 3 नूं जदों असीं 0 दे इक्वल रखांगे तो इत्थे साडे कोल x की जिहड़ी कीमत है वर्गमूल घटाओ दा वर्गमूल 3 आ जाएगी। ठीक है, अगर प्लस है तो असीं इत्थे माइनस जिहड़ा वो यूज़ करना है। ठीक, तो ये दोनों जिहड़े ने वो इहदे गुणनखंड ने। अगर ये दोनों गुणनखंड ने तो दोनों का जिहड़ा प्रोडक्ट है वो भी साडे कोल इस बहुपद का गुणनखंड होएगा। इट इंप्लाइज अच्छा दोनों का जिहड़ा प्रोडक्ट है वो साडे कोल की बनेगा। देखो ए साडे कोल a प्लस b है, a माइनस b है तो a प्लस b a माइनस b की हुंदा साडे कोल a स्क्वायर माइनस b स्क्वायर। वो फार्मूला जिहड़ा आपां इत्थे दोबारा मैं लिख देना a प्लस b और a माइनस b ये साडे कोल बराबर हुंदा है a स्क्वायर माइनस b स्क्वायर दे। ठीक है, तो अगर ये दोनों ये गुणनखंड ने तो दोनों का प्रोडक्ट भी इसका गुणनखंड होएगा और दोनों का जिहड़ा प्रोडक्ट है भाव गुणनफल है वो साडे कोल बनदा है x की घात 2 माइनस हाँ जी वर्गमूल 3 का जिहड़ा स्क्वायर है वो की बनेगा साडे कोल 3। ठीक है, वर्गमूल 3 का स्क्वायर असीं लिखांगे तो साडे कोल 3 ही बन जाएगा। ठीक, तो x स्क्वायर माइनस 3 बहुपद 2x की घात 3 जमा x की घात 2 माइनस 6x माइनस 3 का गुणनखंड होवेगा। जेकर ये इहदा गुणनखंड होएगा तो भाव है कि ये इनू पूरी तरह की करेगा भाग करेगा। ठीक है जी, तो असीं हुण जिहड़ा भाग इत्थे वो करांगे।
हाँ जी, भाग करने ਲਈ ਇਹਨੂੰ ਆਪਾਂ ਅੰਦਰ ਲਿਖ ਲਾਂਗੇ ਇਹ ਵਾਲੇ ਬਹੁਪਦ ਨੂੰ 2x ਕਿਊਬ प्लस एक्स स्क्वायर माइनस 6x माइनस 3 ठीक है। और ये बहुपद आप बाहर लिख लाँगे। ये मैरी रूप ਦੇ ਵਿੱਚ नहीं है, ਇਹਨੂੰ ਅਸੀਂ मैरी रूप ਦੇ ਵਿੱਚ ਕਰਨ ਲਈ ਇੱਥੇ 0x ਜਿਹੜਾ ਉਹ ਲਗਾ ਲੈਂਦੇ ਆਪਣੇ ਕੋਲ ठीक है। तो ਹੁਣ ਆਪਾਂ ਇਹਦਾ ਪਹਿਲੇ ਪਦ ਜਿਹੜੇ ਫਰਸਟ ਪਦ ਹੈ ਫਰਸਟ ਟਰਮ ਹੈ ਉਹਨੂੰ ਹੀ ਕੰਪੇਅਰ ਕਰਨਾ ਹੈ। तो अगर 2x ਕਿਊਬ ਨੂੰ ਅਸੀਂ ਡਿਵਾਈਡ ਕਰਦੇ ਹਾਂ x ਸਕੁਆयर ਦੇ ਨਾਲ ਤਾਂ ਸਾਡੇ ਕੋਲ ਬਚਦਾ ਹੈ 2x ठीक है ना। ਇਹ ਕੱਟਿਆ ਜਾਏਗਾ ਪਾਵਰ 3x ਉੱਪਰੋਂ ਕੱਟ ਹੋ ਜਾਣਗੇ 1x ਬਚ ਜਾਏਗਾ 2x। तो भागफल का जी पहला पद है साढ़े को 2x बन जाएगा। और इस 2x में इस पूरे बहुपद के नाल जो गुणा करांगे तो साढ़े को की बनेगा x स्क्वायर प्लस 0x माइनस 3। तो ये बन जाएगा 2x क्यूब प्लस 0x स्क्वायर और माइनस 6x ठीक। 2x क्यूब प्लस 0x स्क्वायर माइनस 6x और ये माइनस का हो जाएगा साढ़े को साइन ठीक है। ये माइनस हो जाएगा और ये प्लस हो जाएगा। तो ये दोनों तो कटे जाएंगे इतने साढ़े को एक्स स्क्वायर माइनस 0x स्क्वायर ये एक्स स्क्वायर बचेगा ठीक है ना। 1 माइनस 0 जो 1 ही रहेगा और ये माइनस 6x है प्लस 6x है ये भी दोनों कटे जाएंगे। तो इतने साढ़े को 0x आ जाएगा और उपरों असी माइनस 3 जो नीचे उतार लाँगे ठीक है। और हुण ये जो एक्सप्रैशन है बिल्कुल ये मैच करता है। तो यदा मतलब अगली बार हम सानू किस नाल मल्टीप्लाई करना पएगा सिर्फ एक दे नाल ठीक है। तो एक नाल असीं इहनूं पूरे नूं मल्टीप्लाई करांगे तो साडे कोल x स्क्वायर प्लस 0x माइनस 3 बन जाएगा। तो सब दे साइन जिहड़े आपां माइनस माइनस और ये प्लस हो जाएगा ये सारे जिहड़े कट्टे जाणगे साडे कोल बाकी की बचेगा 0 ठीक है। तो जिवें लास्ट भी आपां कीता सी क्वेश्चन ते सानू पता है कि जिहड़ा क्यूबिक है साडे कोल ਜਿਹੜਾ ਸਾਡੇ ਕੋਲ 3 ਘਾਤੀ ਬਹੁਪਦ ਹੈ ਇਹਦੇ ਜਿਹੜੇ ਮੈਕਸਿਮਮ ਸਿਫਰ ਜਿਹੜੇ ਹੋ ਕਿੰਨੇ ਸਕਦੇ ਆ ਸਿਰਫ 3 ਹੋ ਸਕਦੇ ਆ। 3 ਦੇ ਵਿੱਚੋਂ 2 ਸਾਨੂੰ ਇਹ ਦਿੱਤੇ ਹੋਏ ਨੇ ਇਹਦਾ ਮਤਲਬ ਇੱਕ ਸਿਫਰ ਜਿਹੜਾ ਆਪਾਂ ਇਹਦਾ ਹੋਰ ਪਤਾ ਕਰਨਾ ਹੈ। ਉਹ ਇੱਕ ਸਿਫਰ ਸਾਨੂੰ ਕਿੱਥੋਂ ਹੁਣ ਪਤਾ ਲੱਗੇਗਾ ਉਹ ਸਾਨੂੰ ਪਤਾ ਚੱਲੇਗਾ ਭਾਗਫਲ ਤੋਂ ਠੀਕ ਹੈ। ਜਦੋਂ ਅਸੀਂ ਭਾਗਫਲ ਨੂੰ 0 ਦੇ ਬਰਾਬਰ ਰੱਖਾਂਗੇ ਤਾਂ ਉੱਥੋਂ ਸਾਡੇ ਕੋਲ ਜਿਹੜਾ ਤੀਸਰਾ ਸਿਫਰ ਹੈ ਸਾਡੇ ਕੋਲ ਇਸ ਬਹੁਪਦ ਦਾ ਉਹ ਸਾਨੂੰ ਮਿਲੇਗਾ ਠੀਕ ਹੈ। ਹੁਣ 2x जमा 1 ਨੂੰ ਬਰਾਬਰ ਅਸੀਂ ਰੱਖਾਂਗੇ 0 ਦੇ। तो x इथों x की कीमत साडे कोल की आ जाएगी -1 ठीक है। 2x इधर रखांगे ਜਿਹੜਾ +1 है दूसरी साइड जाके की हो जाएगा -1। उस तो बाद अगले स्टैप ਦੇ ਵਿੱਚ ਆਪਾਂ x ਦੀ ਕੀਮਤ ਪਤਾ ਕਰਨ ਲਈ -1 ਨੂੰ 2 ਦੇ ਨਾਲ ਭਾਗ ਕਰ ਦਾਂਗੇ ਠੀਕ ਹੈ। तो ਇਹ ਸਾਡੇ ਕੋਲ ਲੋੜੀਂਦਾ ਸਿਫਰ ਹੈ ਇਸ ਬਹੁਪਦ ਦਾ ਜਿਹੜਾ ਕਿ तीसरा सिफर है। इस तरह दिती हुई बहुपद दा तीसरा सिफर -1/2 है ठीक है बच्चों। ये साडे कोल 14वें क्वेश्चन का उत्तर सी हल सी ਉਹਦਾ। इस तो बाद तुसी देख सकते हो इस बहुपद का आखिरी जिहड़ा साडे कोल सवाल है जेकर अल्फा ते बीटा दो घाती बहुपद दियां दो सिफरां होण अते अल्फा जमा बीटा बराबर 3 अल्फा घटाओ बीटा बराबर -1 होण तां दो घाती बहुपद पता करो। फाइंड अ क्वाड्रेटिक पॉलिनोमियल whose zeros are alpha and beta satisfying the relation alpha plus beta equals to 3 and alpha minus beta equals to -1। हाँ जी बच्चों तो साढ़े कोल क्वेश्चन आप देखते हैं 15वां। मान लो ax स्क्वायर प्लस bx प्लस c लोड़ींदी बहुपद है जिस दे सिफर अल्फा ते बीटा हैं ठीक है। ये अल्फा ते बीटा है साढ़े कोल ਜਦੋਂ कि अल्फा प्लस बीटा साढ़े कोल 3 है अल्फा माइनस बीटा साढ़े कोल -2 है। इत्थों पहला तो असी अल्फा ते बीटा की जिहड़ी कीमत पता करांगे फिर वो साढ़े कोल सिफरां दी कीमत जो आ गई फिर सिफरां दा जोड़फल अते गुणनफल करके तो उहदे तो असी ABC की कीमत जिहड़ी है वो पता करांगे इहदे विचों ठीक है। तो सब तो पहला आपां की करना है ਇਹ ਜਿਹੜੀਆਂ ਸਾਡੇ ਕੋਲ ਦੋ ਸਮੀਕਰਨਾਂ ਦਿੱਤੀਆਂ ਨੇ ਅਲਫਾ ਜਮਾ ਬੀਟਾ ਬਰਾਬਰ 3 ਤੇ ਅਲਫਾ ਘਟਾਓ ਬੀਟਾ ਬਰਾਬਰ -1 ਠੀਕ ਹੈ। ਇਹ ਵੈਸੇ ਅਗਲੇ ਚੈਪਟਰ ਦੇ ਵਿੱਚ ਆਪਾਂ ਇੱਕ ਚੀਜ਼ਾਂ ਕਰਨੀਆਂ ਨੇ ਕਿ ਲੀਨੀਅਰ ਇਕੁਏਸ਼ਨਸ ਇਨ ਟੂ ਵੇਰੀਏਬਲਸ ਨੂੰ ਆਪਾਂ ਕਿਵੇਂ ਸੋਲਵ ਕੀਤਾ ਜਾਂਦਾ ਬਟ ਫਿਲਹਾਲ ਅਸੀਂ ਇਹਨੂੰ ਹੁਣ ਕਰਾਂਗੇ। ਅਗਰ ਅਸੀਂ ਇਹਨਾਂ ਦੋਨਾਂ ਨੂੰ ਜੋੜ ਦਿੰਨੇ ਆ ਠੀਕ ਹੈ ਦੋਨਾਂ ਦਾ ਅਸੀਂ ਕਰਦੇ ਆ ਜੋੜ। तो जोड़ करन दे नाल की होएगा प्लस बीटा ये तो कट्टिया जाएगा।
अल्फा प्लस अल्फा ये साडे कोल हो जाएगा 2 अल्फा और दूसरी साइड 3 ਦੇ ਵਿੱਚੋਂ अगर ਅਸੀਂ -1 ਕਰਦੇ ਹਾਂ 3 ਚੋਂ -1 ਕਰਾਂਗੇ ਤਾਂ 2 आ जाएगा ठीक है। तो 2 अल्फा बराबर 2 तो इथों अल्फा की कीमत जी बन जाएगी 2/2 भाव 1 अल्फा साडे कोल आ गया 1 ठीक है। और जेकर अल्फा 1 आया तो ये अल्फा की कीमत आपां इहदे च फिल करांगे ठीक है। अल्फा की कीमत आपां इहदे च भर देंगे साडे कोल बन जाएगा 1 जमा बीटा बराबर 3 ठीक है। अल्फा बराबर 1 इहनूं असीं इत्थे भी भर सकते हैं और ये भी भर सकते हैं ठीक है। ये मैथड साडे कोल जिहड़ा एलिमिनेशन मैथड इहनूं असीं बोलते हैं तो ये असीं अगले चैप्टर च वैसे करना है ठीक है। तो अल्फा इक्वल्स टू 1 है साडे कोल तो वो 1 असीं इत्थे फिल कीता है साडे कोल 1 जमा बीटा बराबर 3 हो गया 1 जमा बीटा बराबर 3। तो बीटा की कीमत पता करने लई आपां 1 नूं दूसरे पासे शिफ्ट करांगे तो 1 नूं दूजे पासे लैके जावांगे ये 3 दे विचों की होएगा माइनस तो बीटा साडे कोल जिहड़ा 2 बन जाएगा ठीक है। आपां चैक भी कर सकते हैं अल्फा प्लस बीटा भाव 1 जमा 2 ये साडे कोल बराबर 3 है बिल्कुल ठीक है। अल्फा माइनस बीटा भाव 1 घटाओ 2 ये साडे कोल -1 के बराबर बनता है ठीक है। तो ठीक है तो हुण साडे कोल जिहड़े सिफर दोनों जिहड़े सानू पता लग गए ने इस बहुपद दे जिहदे विच सिफरां दा जोड़ तां सानू पहले ही दिता होया पर सिफरां दी गुणनफल जिहड़ी असीं आप पता कर सकते हैं ठीक है। तो सिफरां दा जोड़फल भाव अल्फा जमा बीटा ये तो सानू पहले ही पता सीगा कि 3 के बराबर है और वैसे सानू पता है सिफरां दा जोड़ जिहड़ा वो की हुंदा है -b/a दे बराबर ठीक है। इत्थे b 3 नूं मैं 3/1 लिख लेना तो सिफरां दा गुणनफल साडे कोल की हो जाएगा सिफरां दा गुणनफल साडे कोल बनेगा अल्फा गुणा बीटा अल्फा साडे कोल 1 है बीटा साडे कोल 2 है तो 2 आ जाएगा ठीक है। तो गुणनफल वैसे साडे कोल की हुंदा है c/a तो इनू असीं 2/1 बराबर c/a लिख लवांगे ठीक है। तो इन्हां नूं कंपेयर करन ते साडे कोल जिहड़ा a है वो की बन जांदा है a अपने को बन जांदा है 1 और b क्योंकि -b 3 के बराबर है तो b साडे कोल -3 के बराबर आ जाएगा ठीक है। और c की जिहड़ी कीमत है वो साडे कोल 2 आ जाएगी ठीक है। तो ये तीनों कीमतां नूं यूज़ करके आपां बहुपद लिख सकते हैं इस तरह हाँ जी ए साडे कोल सी ax² + bx + c ये साडे कोल लोड़ींदी बहुपद सी दे विच आपां a b c ਦੀਆਂ वैल्यूज़ ਜਿਹੜੀਆਂ ਹੁਣ ਆਪਾਂ ਇੱਥੇ ਕੈਲਕੂਲੇਟ ਕੀਤੀਆਂ ਨੇ ਉਹ ਸਾਰੀਆਂ यूज़ करांगे ठीक है। इस तरह x² - 3x + 2 लोड़ींदी बहुपद है लोड़ींदी बहुपद ठीक है स्टूडेंट्स। तो ये साडे कोल सी वर्कशीट सैकेंड चैप्टर की बहुपद पॉलीनोमीअल की ये आप 15 क्वेश्चन जोड़े इस चैप्टर के किए हैं लगभग हर तरह के क्वेश्चन जोड़े आप अटैम्प्ट किए हैं। तो वर्कशीट तो चैप्टर दी एग्जाम्पल्स हर चीज़ में अगर तुम बहुत चंगी तरह कर लेंगे हो तो ये चैप्टर थोड़ा बहुत अच्छा जोड़ा बहुत चंगा प्रिपेयर हो जाएगा ठीक है। फिर भी कोई किसी किस्म की कोई दिक्कत है कोई डाउट है तो तुम कमेंट बॉक्स के कमेंट करके दस सकते हो पूछ सकते हो ठीक है। तो इस तो बाद फिर हुण आपां वीडियो काफ़ी लंबी हो गई है तो लास्ट तक वीडियो देखने वास्ते बहुत बहुत धन्यवाद थैंक यू सो मच ठीक है। तो इस तो बाद फिर हुण आपां नैक्सट वीडियो नैक्सट चैप्टर दे स्टार्ट करांगे जदों तो उहदे नाल फिर दोबारा मिलांगे ठीक है। उदों तक सत श्री अकाल रब राखा हैप्पी लर्निंग।